ਦੋਸਤੋ, ਜਿਸ ਤਰ੍ਹਾਂ ਤੁਸੀਂ ਪਹਿਲੋਂ ਮੇਰੀਆਂ YouTube ਚੈਨਲ 'ਤੇ ਸਟੋਰੀਆਂ ਰਚਨਾਵਾਂ ਦੇਖਦੇ ਸੁਣਦੇ ਆਏ ਹੋ ਔਰ ਬਹੁਤ ਹੀ ਪਿਆਰ ਸਤਿਕਾਰ ਦਿੰਦੇ ਰਹੇ ਹੋ, ਉਸ ਤਰ੍ਹਾਂ ਮੈਂ ਇੱਕ ਅੱਜ ਕਹਾਣੀ ਲੈ ਕੇ ਆਪ ਜੀ ਦੀ ਨਜ਼ਰ ਪੇਸ਼ ਹੋਇਆ ਹਾਂ, ਜਿਸ ਕਹਾਣੀ ਦਾ ਨਾਮ ਹੈ ਨਸ਼ੇੜੀ। ਸੁੱਚੇ ਨੇ ਮੈਨੂੰ ਆਮ ਲੋਕਾਂ ਵਾਂਗ ਹੀ ਆਵਾਜ਼ ਮਾਰੀ ਤਾਂ ਮੇਰਾ ਮਨ ਆਪਣੀ ਜ਼ਿੰਦਗੀ ਦੀ ਪਿਛਲ ਝਾਤ 'ਤੇ ਚਲਾ ਗਿਆ। ਬਾਲਪੁਣੇ ਦੀਆਂ ਯਾਦਾਂ ਅੱਖਾਂ ਅੱਗੇ ਕੁਝ ਯਕਦਮ ਘੁੰਮਣ ਲੱਗੀਆਂ। ਮਾਂ ਬਾਪ ਦਾ ਮੈਂ ਲਾਡਲਾ ਇਕੱਲਾ ਪੁੱਤਰ ਸੀ। ਬਾਪੂ ਕੋਲ ਭਾਵੇਂ ਜ਼ਮੀਨ ਘੱਟ ਸੀ, ਪਰ ਬਹੁਤ ਵੱਡੀ ਜ਼ਮੀਰ ਦਾ ਮਾਲਕ ਸੀ। ਅਸਾਂ ਟੁੱਕ ਘੱਟ ਖਾ ਕੇ ਗੁਜ਼ਾਰਾ ਕਰ ਲੈਣਾ, ਪਰ ਕਿਸੇ ਦੇ ਇੱਕ ਪੈਸੇ ਦੇ ਆਵਾਜ਼ਾਰ ਨਹੀਂ ਸੀ। ਸਕੂਲ ਤੋਂ ਜਦੋਂ ਮੈਨੂੰ ਵਿਹਲ ਮਿਲਣੀ, ਮੈਂ ਵੀ ਬਾਪੂ ਨਾਲ ਨਿਆਣੀ ਉਮਰ ਤੋਂ ਹੀ ਖੇਤੀ ਦੇ ਕੰਮ ਧੰਦੇ ਵਿੱਚ ਹੱਥ ਵੰਡਾਉਣਾ। ਜਦੋਂ ਕਦੀ ਪਿੰਡ ਵਿੱਚ ਛਿੰਝ ਜਾਂ ਹੋਰ ਕੋਈ ਮੇਲਾ ਹੋਣਾ ਤਾਂ ਬਾਪੂ ਨਾਲ ਬੜੇ ਚਾਅ ਨਾਲ ਵੇਖਣ ਜਾਣਾ। ਹੌਲੀ ਹੌਲੀ ਉਮਰ ਵੱਧਦੀ ਗਈ। ਸਾਡੀ ਜ਼ਮੀਨ ਦੇ ਨਾਲ ਲੱਗਦੀ ਜ਼ਮੀਨ ਵਾਲੇ ਮੈਂ ਬਚਪਨ ਤੋਂ ਹੀ ਵੇਖਦਾ ਆਉਂਦਾ ਸੀ ਕਿ ਬਾਪੂ ਨਾਲ ਬਹੁਤ ਵਧੀਆ ਵਤੀਰਾ ਨਹੀਂ ਰੱਖਦੇ ਸਨ। ਆਏ ਦਿਨ ਕੋਈ ਨਾ ਕੋਈ ਚਿੰਜੜੀ ਛੇੜੀ ਰੱਖਣੀ। ਮੈਂ ਕਈ ਵਾਰ ਆਪਣੇ ਬਾਪੂ ਨੂੰ ਪੁੱਛਿਆ, ਬਾਪੂ ਇਹ ਕੀ ਲੱਗਦੇ ਨੇ ਆਪਣੇ, ਕਿਉਂ ਤੇਰੇ ਨਾਲ ਖਾਰ ਰੱਖਦੇ ਹਨ? ਤਾਂ ਬਾਪੂ ਕਹਿੰਦਾ, ਪੁੱਤਰਾ ਆਪਣੇ ਹੀ ਭਾਈ ਭਤੀਜੇ ਹਨ, ਇੱਕੋ ਬਜ਼ੁਰਗ ਦੀ ਔਲਾਦ ਹਾਂ ਅਸੀਂ। ਮੈਂ ਤੇਰੇ ਵਾਂਗ ਮਾਪਿਆਂ ਦਾ ਇਕੱਲਾ ਪੁੱਤਰ ਸੀ ਤੇ ਇਹ 6 ਭਰਾ ਸਨ। ਤੂੰ ਨਾ ਚਿੱਤ 'ਚ ਲਿਆਇਆ ਕਰ। ਕੁਝ ਦਿਨ ਗੁਜ਼ਰਦੇ ਗਏ। ਉਹਨਾਂ ਨੇ ਕਦੇ ਜ਼ਮੀਨ ਦੀ ਵੱਟ ਸਾਡੇ ਵੱਲ ਵਧਾ ਦੇਣੀ ਤੇ ਫਿਰ ਬਾਪੂ ਨੇ ਪੰਚਾਇਤ ਬੁਲਾ ਕੇ ਵੱਟ ਨੂੰ ਸਹੀ ਕਰਵਾਉਣੀ। ਇਹ ਕੰਮ ਆਏ ਦਿਨ ਹੀ ਚੱਲਦਾ ਰਹਿੰਦਾ ਸੀ। ਬਾਪੂ ਨਿੱਤ ਪੰਚਾਇਤ ਮੈਂਬਰਾਂ ਅਤੇ ਮੋਹਤਬਾਰਾਂ ਅੱਗੇ ਆਪਣੀ ਪੱਗ ਦੇ ਵਾਸਤੇ ਪਾਉਂਦਾ, ਮੈਥੋਂ ਜਰ ਨਾ ਹੁੰਦਾ। ਅੱਗੋਂ ਉਹਨਾਂ ਨੇ ਵੀ ਆਖਣਾ, ਬਿਕਰਾ ਤੁਹਾਡਾ ਤਾਂ ਇਹ ਕੰਮ ਨਿੱਤ ਦਾ ਹੀ ਹੋ ਗਿਆ ਹੈ, ਭਲਾ ਤੂੰ ਵੀ ਸਿਆਣਾ ਹੈ, ਕੌਣ ਰੋਜ਼ ਰੋਜ਼ ਇਕੱਠ ਕਰਕੇ ਫੈਸਲੇ ਕਰਵਾਵੇ ਤੁਹਾਡੇ। ਫਿਰ ਬਾਪੂ ਵੀ ਪਿੰਡ ਵਿੱਚ ਕੋਈ ਚਾਰਾਜੋਈ ਨਾ ਚੱਲੀ ਤਾਂ ਸਰਕਾਰੀ ਦਰਬਾਰੇ ਅਰਜ਼ੀ ਦੇ ਦਿੱਤੀ। ਜਦ ਪਿੰਡ ਵਾਲੇ ਹੀ ਨਹੀਂ ਸੁਣਦੇ ਸਨ ਤਾਂ ਹੋਰ ਕਿੱਥੇ ਸੁਣਵਾਈ ਹੋਣੀ ਸੀ। ਕਈ ਦਿਨ ਚੱਕਰ ਕੱਟਣ ਬਾਅਦ ਬਾਪੂ ਦੀ ਥਾਣੇ ਵੀ ਸੁਣਵਾਈ ਨਾ ਹੋਈ। ਕਿੱਥੇ ਮੇਰਾ ਪਿਓ ਇਕੱਲਾ ਤੇ ਉਹ 6 ਜਣੇ, ਅਗਾਂਹ ਉਹਨਾਂ ਦੇ ਪੁੱਤ ਵੀ ਮੇਰੇ ਵਾਂਗ ਗੱਭਰੂ ਹੋ ਗਏ। ਥਾਣੇ ਵਾਲੇ ਬਾਪੂ ਨੂੰ ਆਏ ਦਿਨ ਬੁਲਾ ਲੈਂਦੇ। ਜਦ ਬਾਪੂ ਅੰਦਰ ਮਿਲਣ ਜਾਣ ਲਈ ਆਖਦਾ ਤਾਂ ਅਰਦਲੀ ਕਹਿ ਛੱਡਦਾ, ਬਾਬਾ ਹਾਲੇ ਸਬਰ ਰੱਖ, ਅੰਦਰ ਸਾਹਿਬ ਹੋਰੀ ਰੁਝੇਵੇਂ ਵਿੱਚ ਹਨ। ਸਾਰਾ ਦਿਨ ਬੈਠ ਕੇ ਘਰ ਆ ਜਾਣਾ। ਕੋਈ ਪੇਸ਼ੀ ਨਾ ਗਈ। ਕਰੀਬ ਮਹੀਨਾ ਕੁ ਬੀਤ ਗਿਆ। ਮੈਨੂੰ ਲੱਗਣਾ ਜਾਂ ਤਾਂ ਮੇਰੇ ਬਾਪੂ ਦੀ ਕੋਈ ਕਿਸੇ ਕਿਸਮ ਦੀ ਪਹੁੰਚ ਨਹੀਂ ਹੈ, ਜਿਸ ਕਰਕੇ ਉਸ ਦੀ ਸੁਣਵਾਈ ਨਹੀਂ ਹੁੰਦੀ। ਜਦੋਂ ਬਾਪੂ ਨੇ ਘਰ ਪਰਤਣਾ ਤਾਂ ਸ਼ਰੀਕੇ ਵਾਲਿਆਂ ਨੇ ਖੰਗੂਰਾ ਜਿਹਾ ਮਾਰ ਕੇ ਆਪਣੀ ਪਕਾਈ ਜਿੱਦ ਦਾ ਅਹਿਸਾਸ ਕਰਵਾਉਣਾ। ਆਖਰ ਭਾਈਚਾਰੇ ਵਾਲੇ ਸਰਦੇ ਪੁੱਜਦੇ ਹੋਣ ਕਰਕੇ ਬਾਪੂ 'ਤੇ ਅਦਾਲਤ ਵਿੱਚ ਕੇਸ ਕਰ ਦਿੱਤਾ। ਪਹਿਲਾਂ ਹੀ ਸੁੱਖ ਦਾ ਸਾਹ ਨਹੀਂ ਸੀ ਆਇਆ, ਇਹ ਨਵਾਂ ਝਮੇਲਾ ਖੜ ਗਿਆ। ਜੋ ਮਾੜਾ ਮੋਟਾ ਮੇਰੀ ਪੜ੍ਹਾਈ ਲਈ ਲਿਖਾਈ ਲਈ ਜੋੜੀ ਰੱਖਿਆ ਸੀ, ਉਹ ਵੀ ਕੋਰਟ ਕਚਹਿਰੀ ਦੇ ਚੱਕਰਾਂ ਵਿੱਚ ਲੱਗਣ ਲੱਗ ਪਿਆ। ਬਾਪੂ ਦੀਆਂ ਦਿੱਤੀਆਂ ਸਭ ਲਿਖਤੀ ਬੇਨਤੀਆਂ ਥਾਣੇ ਕਚਹਿਰੀਆਂ ਵਿੱਚ ਰੁਲਦੀਆਂ ਹੀ ਰਹਿ ਗਈਆਂ। ਬੜੀ ਆਸ ਨਾਲ ਬਾਪੂ ਸ਼ਹਿਰ ਕਚਹਿਰੀਆਂ ਨੂੰ ਜਾਂਦਾ ਕਿ ਅੱਜ ਜ਼ਰੂਰ ਇਨਸਾਫ ਮਿਲੇਗਾ ਮੈਨੂੰ, ਪਰ ਜਦ ਸ਼ਾਮ ਨੂੰ ਆਉਣਾ ਤਾਂ ਵੇਖਣਾ ਬੇਬੇ ਨੇ ਜੋ ਅਚਾਰ ਨਾਲ 2-4 ਰੋਟੀਆਂ ਪਰਨੇ ਵਿੱਚ ਲਪੇਟ ਕੇ ਦਿੱਤੀਆਂ ਹੁੰਦੀਆਂ ਸਨ, ਉਹਨਾਂ 'ਚੋਂ 3 ਜਾਂ 2.5 ਰੋਟੀਆਂ ਵਾਪਸ ਆ ਜਾਣੀਆਂ ਤੇ ਮੋਢੇ ਤੋਂ ਸਾਫਾ ਲਾਉਂਦੇ ਹੋਏ ਨੇ ਮੰਜੇ 'ਤੇ ਬਹਿ ਜਾਣਾ। ਮੈਂ ਤੇ ਮਾਂ ਨੇ ਕੋਲ ਹੋ ਕੇ ਪੁੱਛਣਾ, ਕੋਈ ਬਣੀ ਗੱਲ? ਤਾਂ ਲੰਮਾ ਜਿਹਾ ਹੌਕਾ ਭਰਦਿਆਂ ਬਾਪੂ ਨੇ ਕਹਿਣਾ, 15 ਕੁ ਦਿਨਾਂ ਬਾਅਦ ਫਿਰ ਬੁਲਾਇਆ ਹੈ। ਮੇਰੇ ਤੋਂ ਇਹ
ਬਾਪੂ ਦਾ ਰੋਜ਼ ਦਾ ਸਾਰਾ ਦਰਦ ਸਹਿ ਨਾ ਹੁੰਦਾ। ਮਨ 'ਚ ਕਈ ਤਰ੍ਹਾਂ ਦੇ ਵਿਚਾਰ ਆਉਂਦੇ ਜਾਂਦੇ। ਪਿੰਡ ਦਾ ਸਕੂਲ 12ਵੀਂ ਤੱਕ ਸੀ, ਫਿਰ ਸ਼ਹਿਰ ਪੜ੍ਹਨ ਲਈ ਜਾਣਾ ਸੀ। ਸਕੂਲ ਵਿੱਚ ਵੀ ਦਿਲ ਨਾ ਲੱਗਣਾ। ਪਿੰਡ ਦੇ ਮੁੰਡੇ ਤਾਂ ਜਾਣਦੇ ਹੀ ਸਨ ਮੇਰੀ ਚੁੱਪ ਦਾ ਰਹਿਣ ਦਾ ਕਾਰਨ। ਕੁਝ ਲਾਂਵਲੇ ਪਿੰਡਾਂ ਦੇ ਜੋ ਘਰੋਂ ਸਿਖਾਲੇ ਸਨ, ਉਹਨਾਂ ਵਿੱਚੋਂ 2 ਜਣਿਆਂ ਨੇ ਮੈਨੂੰ ਉਦਾਸੀ ਦਾ ਕਾਰਨ ਪੁੱਛਿਆ। ਉਹਨਾਂ ਹੌਸਲਾ ਦਿੰਦਾ ਆਖਿਆ, ਕੋਈ ਚਿੰਤਾ ਨਾ ਕਰੀ, ਸ਼ਾਮ ਨੂੰ ਮਿਲਦੇ ਹਾਂ ਵਿਹਲੇ ਹੋ ਕੇ, ਮਾਰਦੇ ਗੇੜੀ ਤੇਰੇ ਕੰਨੀ ਅੱਜ। ਸ਼ਾਮ ਹੁੰਦੇ ਹੀ ਮੈਨੂੰ ਨਾਲ ਲੈ ਕੇ ਪਿੰਡੋਂ ਬਾਹਰ ਆ ਗਏ। ਉਹਨਾਂ ਨਾਲ 2 ਹੋਰ ਮੁੰਡੇ ਵੀ ਸਨ। ਗੱਲਾਂ ਬਾਤਾਂ ਕਰਦਿਆਂ ਮੈਂ ਆਪਣੀਆਂ ਮਜਬੂਰੀ ਹਾਲਾਤਾਂ ਦੱਸੀਆਂ। ਇੱਕ ਨੇ ਮੋਟਰਸਾਈਕਲ ਵਿੱਚ ਰੱਖੀ ਦਾਰੂ ਦੀ ਬੋਤਲ ਕੱਢੀ ਅਤੇ ਗਲਾਸ 'ਚ ਪਾ ਕੇ ਮੈਨੂੰ ਪੀਣ ਨੂੰ ਦਿੱਤੀ। ਮੈਨੂੰ ਨਾ ਨੁੱਕਰ ਕਰਨ 'ਤੇ ਆਖਣ ਲੱਗੇ, ਫੜ 2 ਘੁੱਟ ਮਾਰ, ਸਾਰੀ ਚਿੰਤਾ ਦੂਰ ਹੋ ਜਾਵੇਗੀ। ਧੱਕੇ ਨਾਲ ਪਿਲਾ ਦਿੱਤੀ। ਜ਼ਿੰਦਗੀ ਪਹਿਲਾਂ ਕਿਹੜੀ ਸੁਖਾਲੀ ਸੀ। ਇਹ ਸੋਚ ਕੇ ਮੈਂ ਵੀ ਪੀ ਗਿਆ। ਉਸ ਦਿਨ ਨੇ ਮੇਰੀ ਜ਼ਿੰਦਗੀ ਦਾ ਰੁੱਖ ਹੀ ਬਦਲ ਦਿੱਤਾ। ਆਏ ਦਿਨ ਇਹ ਕੰਮ ਚੱਲਣ ਲੱਗ ਪਿਆ। ਪੜ੍ਹਾਈ ਲਿਖਾਈ ਵੀ ਕਾਫੀ ਪਿੱਛੇ ਪੈ ਗਈ ਅਤੇ ਜਿਸ ਕਾਰਨ ਘਰ ਨੂੰ ਸ਼ਾਮੀ ਦੇਰ ਨਾਲ ਹੀ ਜਾਣਾ, ਤਾਂ ਜੋ ਬਾਪੂ ਦੇ ਸੁੱਤੇ ਪਏ ਹੀ ਆਉਣਾ, ਤਾਂ ਜਿਸ ਕਰਕੇ ਬਾਪੂ ਨੂੰ ਇਸ ਗੱਲ ਦਾ ਪਤਾ ਨਾ ਲੱਗ ਸਕੇ। ਬੇਬੇ ਨੇ ਰੋਟੀ ਬਣਾ ਕੇ ਰੱਖ ਛੱਡਣੀ, ਕਦੇ 2 ਟੁੱਕ ਖਾ ਲੈਣੇ, ਕਦੇ ਬਿਨਾਂ ਖਾਧੇ ਹੀ ਸੌਂ ਜਾਣਾ। ਫਿਰ ਪਤਾ ਨਹੀਂ ਇਹ ਆਦਤ ਦਿਨ ਬ ਦਿਨ ਵਧਣ ਲੱਗੀ। ਹੋਰ ਕਈ ਇਸ ਦੇ ਨਾਲ ਨਸ਼ਿਆਂ ਦੀ ਵੀ ਆਦਤ ਜਿਹੀ ਬਣ ਗਈ। ਇਸ ਨਾਲ ਪਤਾ ਨਹੀਂ ਕਿੰਝ ਦਲੇਰੀ ਜਿਹੀ ਆ ਜਾਂਦੀ। ਕਈ ਵਾਰ ਕਹਿਣਾ, ਬਾਪੂ ਚਿੰਤਾ ਨਾ ਕਰੀ, ਹੁਣ ਤੇਰਾ ਪੁੱਤ ਇਹ ਨਿੱਤ ਦਾ ਕਲੇਸ਼ ਜ਼ਰੂਰ ਨਿਬੇੜ ਦਊ ਅਤੇ ਤੇਰੇ ਇੱਕ ਜ਼ਿੰਦਗੀ ਦੇ ਖਰਾਬ ਹੋਏ ਪਲਾਂ ਦਾ ਹਿਸਾਬ ਲਊਗਾ। ਅੱਗੋਂ ਬਾਪੂ ਨੇ ਕਹਿਣਾ, ਵੇਖੀ ਪੁੱਤਰਾ, ਖਿਆਲ ਨਾਲ ਕੋਈ ਅਜਿਹਾ ਕੰਮ ਨਾ ਕਰ ਦੇਵੀਂ ਜਿਸ ਨਾਲ ਅਸਾਂ ਜਿਉਂਦੇ ਜੀ ਹੀ ਮੋਇਆਂ ਬਰਾਬਰ ਹੋ ਕੇ ਰਹਿ ਜਾਈਏ। ਦਿਨ ਲੰਘਦੇ ਗਏ। ਕਿਤੋਂ ਵੀ ਕੋਈ ਨਿਆਂ ਪੱਖੀ ਫੈਸਲੇ ਦੀ ਹਾਲੇ ਤੱਕ ਉਮੀਦ ਨਹੀਂ ਸੀ। ਘਰ ਦਾ ਗੁਜ਼ਾਰਾ ਵੀ ਮੁਸ਼ਕਲ ਹੋ ਗਿਆ। ਸਿਆਣਿਆਂ ਦੀ ਕਹਾਵਤ ਵਾਂਗ ਖਾਂਦਿਆਂ ਤਾਂ ਖੂਹ ਵੀ ਖਾਲੀ ਹੋ ਜਾਂਦੇ ਹਨ। ਘਰ ਦਾ ਪੈਸਾ ਟਕਾ ਕੋਰਟ ਕੇਸ 'ਤੇ ਲੱਗਣ ਲੱਗ ਪਿਆ। ਰੋਜ਼ ਦੀ ਤਰ੍ਹਾਂ ਬਾਪੂ ਖੇਤਾਂ ਨੂੰ ਗਿਆ ਤਾਂ ਥੋੜ੍ਹੀ ਹੀ ਦੇਰ 'ਚ ਪਿੰਡ 'ਚ ਰੌਲਾ ਪੈ ਗਿਆ, ਬਿੱਕਰ ਦਾ ਖੇਤਾਂ ਵਿੱਚ ਝਗੜਾ ਹੋ ਗਿਆ ਹੈ। ਮੈਂ ਤੇ ਮਾਂ ਖੇਤਾਂ ਨੂੰ ਭੱਜੇ ਗਏ। ਜਦ ਵੇਖਿਆ ਬਾਪੂ ਨੂੰ ਸਰੀਕੇ ਵਾਲਿਆਂ ਨੇ 4-5 ਜਣਿਆਂ ਨੇ ਘੇਰਾ ਪਾਇਆ ਹੋਇਆ ਹੈ ਅਤੇ ਇੱਕ ਨੇ ਗਲੋਂ ਫੜ ਕੇ ਧੱਕਾ ਮੁੱਕੀ ਹੋ ਰਹੇ ਹਨ। ਮੈਥੋਂ ਇਹ ਜਰਿਆ ਨਾ ਗਿਆ। ਬਾਪੂ ਵਾਲੀ ਕਹੀ ਚੱਕੀ ਜਿਸ ਨੇ ਉਸ ਨੂੰ ਗਲੋਂ ਫੜਿਆ ਸੀ, ਉਸ ਦੇ ਸਿਰ 'ਚ ਮਾਰ ਦਿੱਤੀ ਅਤੇ ਉਹ ਤਾਂ ਉੱਥੇ ਹੀ ਢਹਿ ਢੇਰੀ ਹੋ ਗਿਆ। ਜਦ ਦੂਜੀ ਵਾਰੀ ਚੱਕੀ ਤਾਂ ਮਾਂ ਨੇ ਰੋਕ ਲਿਆ ਤਾਂ ਸਭ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ। ਉਸ ਤੜਫਦੇ ਨੂੰ ਬਚਾਉਣ ਲਈ ਰੌਲਾ ਪਾਉਣ ਲੱਗੇ ਉਸ ਦੇ ਭਾਈਚਾਰੇ ਵਾਲੇ। ਪਿੰਡ ਵਿੱਚ ਹਾਹਾਕਾਰ ਮਚ ਗਈ। ਮੇਰੇ ਬੇਬੇ ਬਾਪੂ ਅੱਡ ਤੜਫਣ ਆਖੇ, ਇਹ ਕੀ ਕਰਤਾ ਤੂੰ ਕਾਰਾ। ਮੈਂ ਹੌਸਲਾ ਦਿੰਦੇ ਹੋਏ ਨੇ ਕਿਹਾ, ਬਾਪੂ ਤੇਰੀਆਂ ਸਾਲਾਂ ਬੱਧੀ ਲਿਖੀਆਂ ਦਰਖਾਸਤਾਂ, ਕੀਤੇ ਤਰਲੇ ਮਿੰਨਤਾਂ ਅਤੇ ਨਿੱਤ ਦੀਆਂ ਭੁੱਖੇ ਭਾਣੇ ਰਹਿ ਕੇ ਭੁਗਤੀਆਂ ਤਰੀਕਾਂ ਦਾ ਹਿਸਾਬ ਲਿਆ ਹੈ। ਕਿਸੇ ਵੱਲੋਂ ਕੀਤੀ ਇਤਲਾਹ 'ਤੇ ਪੁਲਿਸ ਮੌਕੇ 'ਤੇ ਪੁੱਜ ਗਈ। ਉਹਨਾਂ ਦੇ ਪੁੱਛੇ ਤੋਂ ਬਿਨਾਂ ਹੀ ਮੈਂ ਖੁਦ ਹੀ ਕਹਿ ਦਿੱਤਾ, ਇਸ ਦਾ ਕਤਲ ਮੈਂ ਕੀਤਾ ਹੈ। ਮੇਰੇ ਬਾਪੂ ਨੇ ਇਹਨਾਂ ਵੱਲੋਂ ਕੀਤੀਆਂ ਵਧੀਕੀਆਂ ਪ੍ਰਤੀ ਪਤਾ ਨਹੀਂ ਕਿੰਨੀਆਂ ਕੁ ਬੇਨਤੀਆਂ ਲਿਖਤੀ ਅਤੇ ਜ਼ੁਬਾਨੀ, ਕੁਝ ਨੰਬਰ ਲਗਾ ਕੇ ਅਤੇ ਕੁਝ ਬਿਨਾਂ ਨੰਬਰ ਲਗਾਏ ਦਿੱਤੀਆਂ ਸਨ। ਜੇ ਉਸ ਵੇਲੇ ਹੀ ਇਸ ਮਸਲੇ ਦਾ ਕੋਈ ਸਹੀ ਸੁਣਵਾਈ ਕਰਕੇ ਹੱਲ ਕਰ ਦਿੰਦਾ ਜਾਂ ਹੱਲ ਹੋ ਜਾਂਦਾ ਤਾਂ ਇਹ ਅੱਜ ਨੌਬਤ ਨਾ ਆਉਂਦੀ। ਮੈਨੂੰ ਫਿਰ 15 ਸਾਲੀ ਹੋ ਗਈ। ਜੇਲ੍ਹ ਜਾਣ ਨਾਲ ਰਹਿੰਦਾ ਖੂੰਹਦਾ ਭਵਿੱਖ ਵੀ ਖਰਾਬ ਹੋ ਗਿਆ। ਅੰਦਰ ਭਾਂਤ ਦੇ ਲੋਕ,
ਕੁਝ ਜਾਣੇ ਅਣਜਾਣੇ ਦੀਆਂ ਸਜ਼ਾਵਾਂ ਭੁਗਤ ਰਹੇ ਸਨ, ਜਿਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਤੇ ਨਾ ਹੀ ਮੈਨੂੰ ਹੋਣ ਦੀ ਆਸ ਸੀ। ਸਜ਼ਾ ਪੂਰੀ ਕਰਨ ਉਪਰੰਤ ਪਿੰਡ ਆ ਕੇ ਜ਼ਮੀਨ ਵੀ ਨਾ ਰਹੀ, ਕਿਉਂਕਿ ਮਾਪਿਆਂ ਵੱਲੋਂ ਲੱਖੂ ਦਾ ਮੇਰੇ ਹੱਥੋਂ ਹੋਏ ਕਤਲ ਕੇਸ ਤੇ ਵੇਚ ਵੱਟ ਕੇ ਲਗਾ ਦਿੱਤੀ ਸੀ। ਹੁਣ ਤਾਂ ਪੱਲੇ ਪੜ੍ਹਾਈ ਵੀ ਨਹੀਂ ਸੀ ਤੇ ਨਾ ਹੀ ਵਾਹੀ ਜੋਗੀ ਜ਼ਮੀਨ ਸੀ। ਸਾਰਾ ਦਿਨ ਵਿਹਲੇ ਫਿਰ ਤੁਰ ਛੱਡਣਾ ਅਤੇ ਸਾਰੇ ਪਿੰਡ ਕਦੇ ਮੂੰਹ ਪਿੱਛੇ ਕਦੇ ਪਿੱਠ ਪਿੱਛੇ ਕਹਿ ਛੱਡਦੇ। ਉਸੇ ਵਹਿਣ ਵਿੱਚ ਹੀ ਸੁੱਚੇ ਨੇ ਵਹਿ ਕੇ ਕਹਿ ਦਿੱਤਾ, ਨਸ਼ੇੜੀਆ ਜਰਾ ਹੱਥ ਪੁਆਈ ਪੱਠਿਆਂ ਦੀ ਭਰੀ ਨੂੰ। ਅੱਜ ਖੁਦ ਨੂੰ ਲੱਗਾ ਕਿ ਇਸ ਦਾ ਜ਼ਿੰਮੇਵਾਰ ਇਹ ਸਮਾਜ, ਉਹ ਲੋਕ ਜੋ ਮੇਰੇ ਬਾਪ ਵੱਲੋਂ ਰੋਜ਼-ਰੋਜ਼ ਇਨਸਾਫ ਦੀ ਮੰਗ ਲਈ ਗੇੜੇ ਮਾਰ-ਮਾਰ ਕੇ ਥੱਕ ਗਿਆ ਤੇ ਜਿਨ੍ਹਾਂ ਨੇ ਉਸ ਦੀ ਗੱਲ ਤੇ ਜਰਾ ਵੀ ਸੁਣ ਕੇ ਕੋਈ ਇਨਸਾਫ ਨਾ ਦਿੱਤਾ ਤੇ ਤਾਂ ਬੇਬਸੀ ਨਾਲ ਮੇਰੇ ਜਿਹੇ ਨਿਸ਼ਚਿਤ ਕੀਤੇ ਗਏ ਜ਼ਿੰਦਗੀ ਦੇ ਟੀਚੇ ਤੋਂ ਭਟਕ ਕੇ ਨਸ਼ੇੜੀ ਬਣ ਗਏ। ਫਿਰ ਅਜੀਬ ਜਿਹਾ ਲੱਗਦਾ ਇਹ ਸੁਣਨ ਨੂੰ ਮਿਲਦਾ ਕਿ ਨਸ਼ਾ ਸਾਡੀ ਜਵਾਨੀ ਨੂੰ, ਸਾਡੇ ਸਮਾਜ ਨੂੰ ਖਾ ਰਿਹਾ ਹੈ। ਦੋਸਤੋ, ਜੇ ਕਹਾਣੀ ਚੰਗੀ ਲੱਗੀ ਹੋਵੇ ਤੇ ਸਬਸਕ੍ਰਾਈਬ, ਲਾਈਕ, ਸ਼ੇਅਰ ਜ਼ਰੂਰ ਕਰਨਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਪਹਿਲਾਂ ਦੀ ਤਰ੍ਹਾਂ ਹੀ ਆਸ ਕਰਦਾ ਹਾਂ ਕਿ ਪਿਆਰ ਦਿੰਦੇ ਰਹੋਗੇ। ਧੰਨਵਾਦ ਜੀ।